this opportunity. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਈਵਨਿੰਗ। ਮੇਰਾ ਨਾਮ ਨਵਨਪ੍ਰੀਤ ਸਿੰਘ ਹੈ। ਬਾਈ ਪ੍ਰੋਫੈਸ਼ਨ ਮੈਂ ਆਰਕੀਟੈਕਟ ਹਾਂ। ਲੁਧਿਆਣਾ ਦੇ ਵਿੱਚ ਸਾਡੀ ਆਪਣੀ ਪ੍ਰੈਕਟਿਸ ਹੈ ਤੇ ਆਈ ਐਮ ਬਲੈਸਡ ਕਿ ਆਈ ਹੈਵ ਗॉट ਦਿਸ ਓਪਰਚੁਨਿਟੀ। ਅੱਜ ਮੈਨੂੰ ਮੌਕਾ ਮਿਲਿਆ ਹੈ ਕਿ ਮੈਂ ਇਸ ਵੰਡਰਫੁਲ ਚੈਪਟਰ ਨੂੰ ਇਸ ਬੁੱਕ ਦੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਸਕਾਂ। ਤੇ ਸ਼ਰੂਤੀ ਮੈਮ ਨੇ ਬਹੁਤ ਅੱਛਾ ਸ਼ੇਅਰਿੰਗ ਕੀਤੀ ਹੈ 3rd ਚੈਪਟਰ ਦੀ, ਤੇ ਟੇਕਿੰਗ ਇਟ ਫਾਰਵਰਡ। ਜਿਵੇਂ ਭਾਜੀ ਕਹਿ ਰਹੇ ਸੀਗੇ ਕਿ ਅਸੀਂ ਪੁਰਾਤਨ ਸਮੇਂ ਦੇ ਵਿੱਚ ਵੀ ਸੁਣਦੇ ਆਏ ਹਾਂ, ਅੱਜ ਵੀ ਅਸੀਂ ਸੁਣਦੇ ਹਾਂ ਕਿ ਅਸੀਂ ਕਹਿੰਦੇ ਹਾਂ ਜੀ ਕਿਸੇ ਦੇ ਹੱਥ ਦੇ ਵਿੱਚ ਨਫਾ ਹੈ ਨਾ, ਤੇ ਉਹ ਬੰਦਾ ਹੈ ਜਿਹੜਾ ਉਹ ਹੀਲਿੰਗ ਕਰਦੇ ਨੇ ਹਨਾ, ਸੌਰੀ, ਤੇ ਹੀਲਿੰਗ ਪਾਵਰਸ ਹੁੰਦੀਆਂ ਹੈ ਨਾ। ਪੁਰਾਣੇ ਜ਼ਮਾਨੇ ਦੇ ਵਿੱਚ ਵੀ ਹੁੰਦਾ ਸੀਗਾ ਕਿ ਕਾਇਰੋਪ੍ਰੈਕਟਰਸ ਹੁੰਦੇ ਸੀਗੇ ਤੇ ਹੋਰ ਬੰਦੇ ਜਿਹੜੇ ਉਹ ਤੁਹਾਨੂੰ ਮਤਲਬ ਤੁਹਾਡੀ ਨਰਵਸ ਦੇਖ ਕੇ ਪਤਾ ਲੱਗ ਜਾਂਦਾ ਸੀ, ਜਿਹੜੇ ਹਕੀਮ ਹੁੰਦੇ ਸੀਗੇ ਉਹਨਾਂ ਨੂੰ, ਤੇ ਉਹ ਤੁਹਾਨੂੰ ਜਿਹੜੀ ਦਵਾਈਆਂ ਦਿੰਦੇ ਸੀਗੇ, ਉਹ ਦਵਾਈਆਂ ਪੁਰਾਣੇ ਹੋਰ ਚਲੇ ਜਾਈਏ ਤਾਂ ਉਹ ਏਦਾਂ ਦੇ ਜਿਵੇਂ ਐਂ ਲੱਗਦਾ ਟੈਂਟਰਮਸ ਵਗੈਰਾ, ਜੇ ਕਿ ਕੋਈ ਸਟੋਨ ਪਾਤਾ ਤੇ ਕੁਝ ਕਰਤਾ ਤੇ ਹੈ ਨਾ, ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਹੈ ਕਿ ਉਹ ਜਿਹੜੀ ਲਿਜ਼ਰਡਸ ਨੇ ਉਹਨਾਂ ਨੂੰ ਰਗੜਨਾ ਹੈ ਤੇ ਏਦਾਂ ਦੀ ਚੀਜ਼ਾਂ ਕਰਵਾਉਂਦੇ ਸੀ। ਬਟ ਬੇਸਿਕਲੀ ਉਹ ਕਰਦੇ ਕੀ ਸੀਗੇ ਹੈ ਨਾ, ਇਸ ਬੁੱਕ ਦੇ ਵਿੱਚ ਇਹ ਸਮਝਾਇਆ ਗਿਆ ਇਸ ਚੈਪਟਰ ਦੇ ਵਿੱਚ। ਤਾਂ ਬੇਸਿਕ ਜਿਹੜਾ ਫੰਡਾਮੈਂਟਲ ਇਸ ਚੈਪਟਰ ਦੇ ਵਿੱਚ ਸਮਝਾਇਆ ਜਾ ਰਿਹਾ ਹੈ, ਉਹਦੇ ਵਿੱਚ ਬਿਬਲੀਕਲ ਟਰਮਸ ਵੀ, ਬਾਈਬਲ ਦੀਆਂ ਵੀ ਬਹੁਤ ਸਾਰੀਆਂ ਟਰਮਸ ਇਹਨਾਂ ਨੇ ਸ਼ੇਅਰ ਕੀਤੀਆਂ ਕਿ ਬੇਸਿਕਲੀ ਸਾਡੇ ਫੇਥ ਨੂੰ ਇਨਵੋਕ ਕੀਤਾ ਜਾ ਰਿਹਾ। ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਹੈ ਉਹ ਫੇਥ ਦੇ ਨਾਲ ਚੱਲਦਾ ਹੈ ਨਾ। ਤੇ ਜਦੋਂ ਵੀ ਕੋਈ ਹੀਲਰ ਪੁਰਾਣੇ ਜ਼ਮਾਨੇ ਦੇ ਵਿੱਚ ਕਿਸੇ ਨੂੰ ਠੀਕ ਕਰਨ ਲੱਗਦਾ ਸੀਗਾ ਤਾਂ ਉਹ ਪਹਿਲਾਂ ਇੱਕ ਫੇਥ ਜਗਾਉਂਦੇ ਸੀਗੇ ਕਿ ਕੀ ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਨੂੰ ਠੀਕ ਕਰ ਪਾਊਂਗਾ, ਹੈ ਨਾ। ਜਦੋਂ ਬੰਦਾ ਆਪਣਾ ਵਿਸ਼ਵਾਸ ਉਹਦੀ ਹੀਲਿੰਗ ਦੇ ਵਿੱਚ ਰੱਖ ਦਿੰਦਾ ਹੈ ਫਿਰ ਉਹ ਹੀਲ ਹੋ ਜਾਂਦਾ ਸੀਗਾ। ਤਾਂ ਬੇਸਿਕ ਜਿਹੜੀ ਪਾਵਰ ਹੈ ਉਹ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਹੀ ਹੈ। ਬੜੀ ਕਲੀਅਰਲੀ ਥਰੂ ਆਊਟ ਦੀ ਚੈਪਟਰ ਬਾਰ-ਬਾਰ ਆਥਰ ਇਸ ਗੱਲ ਨੂੰ ਰਿਪੀਟ ਕਰ ਰਹੇ ਨੇ, ਹੈ ਨਾ। ਜੀਸਸ ਦੀਆਂ ਵੀ ਐਗਜ਼ਾਮਪਲਸ ਉਹਨਾਂ ਨੇ ਦਿੱਤੀਆਂ ਹੈ ਨਾ, ਕਿ ਜੀਸਸ ਨੇ ਵੀ ਕਿਹਾ ਕਿ ਐਜ਼ ਯੂ ਸੇ ਫੇਥ ਅਨਟੂ ਯੂ, ਹੈ ਨਾ। ਤਾਂ ਜਿੱਦਾਂ ਤੁਸੀਂ ਸੋਚਦੇ ਹੋ ਉਦਾਂ ਹੀ ਤੁਹਾਡੇ ਨਾਲ ਹੋ ਜਾਏਗਾ, ਹੈ ਨਾ। ਤੇ ਇਹ ਹੁੰਦਾ ਵੀ ਤਾਂ ਹੀ ਹੈ ਜੇ ਅਸੀਂ ਸਬਕੌਂਸ਼ੀਅਸ ਮਾਈਂਡ ਦੀ ਪਾਵਰ ਨੂੰ ਟੈਪ ਇਨ ਕਰੀਏ, ਫੇਥ ਰੱਖੀਏ, ਤਾਂ ਹੀ ਸਾਡੀਆਂ ਹੀਲਿੰਗਸ ਹੁੰਦੀਆਂ ਹੈ ਨਾ। ਤੇ ਇਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਅੱਛੇ ਐਗਜ਼ਾਮਪਲਸ ਵੀ ਦਿੱਤੇ ਹੈ ਕਿ ਜਿਹੜਾ ਵਰਕ ਆਫ ਹੀਲਿੰਗ ਹੈ ਉਹ ਬੇਸਿਕਲੀ ਜਿਹੜਾ ਇੱਕ ਪ੍ਰੀਚਰ ਸੀਗਾ ਹੈ ਨਾ, ਤੇ ਜਾਂ ਕੋਈ ਵੈਦ ਸੀਗਾ ਜਾਂ ਹੋਰ, ਉਹ ਨਹੀਂ ਕਰ ਰਹੇ ਸੀ। ਉਹ ਬੰਦੇ ਦੀ ਜਿਹੜੀ ਆਪਣੀ ਸਬਕੌਂਸ਼ੀਅਸ ਮਾਈਂਡ ਹੈ, ਬੰਦੇ ਦਾ ਜਿਹੜਾ ਆਪਣਾ ਫੇਥ ਹੈ ਉਹ ਕਰ ਰਿਹਾ ਸੀ, ਹੈ ਨਾ। ਤੇ ਉਹਦੇ ਲਈ ਉਹਨਾਂ ਨੇ ਇੱਕ ਬਾਈਬਲ ਦਾ ਮਾਰਕ 11:24 ਵੀ ਦਿੱਤਾ ਹੈ ਕਿ ਜੇ ਅਸੀਂ ਬਿਲੀਵ ਕਰਦੇ ਹਾਂ ਤੇ ਉਹਨੂੰ ਐਕਸੈਪਟ ਕਰਦੇ ਹਾਂ। ਇੱਕ ਹੁੰਦਾ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿਸੇ ਚੀਜ਼ ਦੇ ਉੱਤੇ, ਹੈ ਨਾ। ਇੱਕ ਹੁੰਦਾ ਮੈਂ ਵਿਸ਼ਵਾਸ ਕਰਦਾ ਤੇ ਇਹ ਵੀ ਮੈਨੂੰ ਪਤਾ ਹੈ ਕਿ ਇਹ ਸੱਚ ਵੀ ਹੈ ਨਾ, ਤੇ ਮੈਂ ਵਿਸ਼ਵਾਸ ਕਰਦਾ ਕਿ ਹਾਂ ਇਹ ਟਰੂ ਹੈ, ਇਹ ਫੈਕਟ ਹੈ ਨਾ। ਤੇ ਉਸ ਚੀਜ਼ ਦੇ ਲਈ ਮੈਂ ਆਪਣੇ ਮਾਈਂਡ ਦੇ ਵਿੱਚ ਫੀਲਿੰਗ ਵੀ ਬਣਾ ਲੈਂਦਾ ਹਾਂ, ਤਾਂ ਉਹ ਫਿਊਚਰ ਦੇ ਵਿੱਚ ਮੇਰੇ ਨਾਲ ਘਟਨਾ ਵਾਪਰਦੀ ਹੈ ਨਾ। ਜਿਵੇਂ ਇਹਦੇ ਇੱਕ ਇੰਗਲਿਸ਼ ਦੇ ਵਿੱਚ ਫੇਮਸ ਕੋਟ ਵੀ ਹੈ, ਇਫ ਅ ਮੈਨ ਕੈਨ ਬਿਲੀਵ ਐਂਡ ਕਨਸੀਵ ਹੀ ਕੈਨ ਅਚੀਵ, ਹੈ ਨਾ। ਜੇ ਮੈਂ ਬਿਲੀਵ ਕਰ ਸਕਦਾ ਤੇ ਉਹਨੂੰ ਕਨਸੀਵ ਕਰ ਸਕਦਾ ਕਿ ਹਾਂ ਇਹ ਹੋ ਸਕਦਾ ਹੈ ਨਾ, ਤਾਂ ਫਿਰ ਮੈਂ ਉਹ ਅਚੀਵ ਵੀ ਕਰ ਸਕਦਾ। ਜਿਵੇਂ ਸਾਡੇ ਸਾਹਮਣੇ ਬਹੁਤ ਸਾਰੀਆਂ ਟਰਮਸ ਨੇ, ਹੈ ਨਾ, ਕਿ ਮਾਊਂਟ ਐਵਰੈਸਟ ਸਭ ਤੋਂ ਉੱਚੀ ਪਹਾੜੀ ਹੈ ਨਾ। ਇੱਕ ਨਾਰਮਲ ਬੰਦੇ ਨੂੰ ਵੀ ਚੜ੍ਹਨੀ ਮੁਸ਼ਕਿਲ ਹੁੰਦੀ ਹੈ ਨਾ। ਬਟ ਬਹੁਤ ਸਾਰੇ ਬੰਦੇ ਜਿਹੜੇ ਸਪੈਸ਼ਲੀ ਏਬਲਡ ਨੇ, ਹੈ ਨਾ, ਥੋੜੀ ਜਿਹੀ ਉਹਨਾਂ ਨੂੰ ਚੈਲੰਜਸ ਵੀ ਸੀ, ਫਿਜ਼ੀਕਲ ਡਿਸੇਬਿਲਿਟੀਜ਼ ਵੀ ਸੀਗੀਆਂ, ਉਹ ਤਾਂ ਵੀ ਕਰ ਜਾਂਦੇ ਆ ਕਿਉਂਕਿ ਉਹ ਬਿਲੀਵ ਕਰਦੇ ਆ। ਉਹਨਾਂ ਨੇ ਇਸ ਗੱਲ ਨੂੰ ਬਿਲੀਵ ਕੀਤਾ, ਇਸ ਗੱਲ ਨੂੰ ਕਨਸੀਵ ਕੀਤਾ ਕਿ ਅਸੀਂ ਕਰ ਸਕਦੇ ਹਾਂ। that is when the superhuman powers start coming into picture। ਤੇ ਉਸੇ ਗੱਲ ਨੂੰ ਬਾਰ-ਬਾਰ ਇਹਦੇ ਵਿੱਚ ਦੱਸਿਆ ਜਾ ਰਿਹਾ। ਜਿਵੇਂ ਜੀਸਸ ਦਾ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਬੰਦਾ ਆਇਆ ਤਾਂ ਜੀਸਸ ਨੇ ਉਹਨੂੰ ਕਿਹਾ ਕਿ ਤੈਨੂੰ ਮੇਰੇ ਉੱਤੇ ਵਿਸ਼ਵਾਸ ਹੈ ਕਿ ਮੈਂ ਤੇਰੀਆਂ ਅੱਖਾਂ ਠੀਕ ਕਰ ਦੂੰਗਾ। ਬਲਾਈਂਡ ਬੰਦਾ ਆਇਆ ਜੀਸਸ ਦੇ ਕੋਲ, ਜੀਸਸ ਨੇ ਕਿਹਾ ਤੈਨੂੰ ਮੇਰੇ ਤੇ ਵਿਸ਼ਵਾਸ ਹੈ? ਉਸ ਬੰਦੇ ਨੇ ਕਿਹਾ ਹਾਂ ਹਾਂ ਮੈਨੂੰ ਵਿਸ਼ਵਾਸ ਹੈ ਨਾ। ਫਿਰ ਉਹਨਾਂ ਨੇ ਕਿਹਾ ਅਕੋਰਡਿੰਗ ਟੂ ਯੋਰ ਫੇਥ ਬੀ ਇਟ ਅਨਟੂ ਯੂ, ਜਿਵੇਂ ਤੇਰਾ ਵਿਸ਼ਵਾਸ ਹੈ ਉਵੇਂ ਹੀ ਤੇਰੇ ਨਾਲ ਹੋ ਜਾਏਗਾ। ਤੇ ਉਸ ਬੰਦੇ ਦੀਆਂ ਜਿਹੜੀਆਂ ਅੱਖਾਂ ਸੀ ਉਹ ਠੀਕ ਹੋ ਗਿਆ, ਹੈ ਨਾ। ਤਾਂ ਸਾਰੀ ਗੱਲ ਜਿਹੜੀ ਉਹ ਸਾਡੇ ਵਿਸ਼ਵਾਸ ਤੇ ਹੈ। ਕਿ ਜਿਵੇਂ ਹੁਣੇ ਭਾਜੀ ਕਹਿ ਰਹੇ ਸੀਗੇ ਕਿ ਸ਼ਰੂਤੀ ਮੈਮ ਨੂੰ ਥੋੜਾ ਜਿਹਾ ਚਲੋ ਫਿਜ਼ੀਕਲ ਚੈਲੰਜ ਆ ਰਿਹਾ ਸੀ, ਬਟ ਉਹਨਾਂ ਨੇ ਕਿਹਾ ਕਿ ਨਹੀਂ, ਆਈ ਐਮ ਐਬਸੋਲੂਟਲੀ ਫਾਈਨ, ਹੈ ਨਾ, ਤੇ ਆਈ ਵਿਲ ਸ਼ੇਅਰ। ਤਾਂ ਉਹਨਾਂ ਨੇ ਕਿੰਨਾ ਬਿਊਟੀਫੁਲੀ ਸਾਡੇ ਨਾਲ ਸ਼ੇਅਰ ਵੀ ਕੀਤਾ। ਤਾਂ ਸਾਡੀ ਜਿਹੜੇ ਸਬਕੌਂਸ਼ੀਅਸ ਮਾਈਂਡ ਹੈ ਉਹ ਬਹੁਤ ਜ਼ਿਆਦਾ ਪਾਵਰਫੁਲ ਹੈ ਨਾ। ਉਹਨੂੰ ਐਗਜ਼ਾਮਪਲ ਦੇ ਤੌਰ ਦੇ ਉੱਤੇ ਦੇਣ ਦੇ ਲਈ, ਯੂਨੀਵਰਸਲ ਹੀਲਿੰਗ ਪ੍ਰਿੰਸੀਪਲ ਦੇ ਦੇਣ ਦੇ ਲਈ ਵੀ ਆਥਰ ਨੇ ਇੱਕ ਬੜਾ ਅੱਛਾ ਐਗਜ਼ਾਮਪਲ ਦਿੱਤਾ ਹੈ ਕਿ ਜਿਹੜਾ ਹਿਪਨੋਸਿਸ ਕਰਦੇ, ਹਿਪਨੋਟਾਈਜ਼ ਕਰਦੇ ਹੈ ਨਾ। ਜਦੋਂ ਕਿਸੇ ਬੰਦੇ ਨੂੰ ਹਿਪਨੋਟਾਈਜ਼ ਕੀਤਾ ਜਾਂਦਾ ਹੈ ਤਾਂ ਉਹਦਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹਨੂੰ ਅਵੇਕਨ ਕੀਤਾ ਜਾਂਦਾ ਹੈ, ਸਬਕੌਂਸ਼ੀਅਸ ਮਾਈਂਡ ਤੱਕ ਜਾਇਆ ਜਾਂਦਾ ਹੈ।
ਤਾਂ ਕਿ ਕੌਨਸ਼ੀਅਸ ਮਾਈਂਡ ਨੂੰ ਹਿਪਨੋਸਿਸ ਦੇ ਵਿੱਚ ਲੈ ਜਾਂਦੇ ਆ ਤੇ ਸਬਕੌਨਸ਼ੀਅਸ ਮਾਈਂਡ ਨਾਲ ਡਾਇਰੈਕਟ ਗੱਲਾਂ ਕੀਤੀਆਂ ਜਾਣ। ਤੇ ਜਦੋਂ ਕੋਈ ਬੰਦਾ ਹਿਪਨੋਸਿਸ ਦੇ ਵਿੱਚ ਹੁੰਦਾ ਹੈ, ਹਿਪਨੋਟਿਜ਼ਮ ਦੇ ਅੰਡਰ ਹੁੰਦਾ ਹੈ, ਤਾਂ ਜੇ ਉਹਨੂੰ ਕਿਹਾ ਜਾਏ ਕਿ ਤੈਨੂੰ ਠੰਡ ਲੱਗ ਰਹੀ ਹੈ ਨਾ, ਜਾਂ ਤੈਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਹੈ, ਤੈਨੂੰ ਤਰੇਲੀਆਂ ਆ ਰਹੀਆਂ, ਬੰਦੇ ਨੂੰ ਪਸੀਨਾ ਆਣਾ ਸ਼ੁਰੂ ਹੋ ਜਾਂਦਾ ਹੈ ਨਾ। ਏਦਾਂ ਦੇ 2 ਐਗਜ਼ਾਮਪਲਸ ਵੀ ਉਹਨਾਂ ਨੇ ਸ਼ੇਅਰ ਕੀਤੇ ਹੈ ਕਿ ਇੱਕ ਬੰਦੇ ਨੂੰ ਕਿਹਾ ਗਿਆ, ਉਹਦੇ ਹੱਥ ਦੇ ਉੱਤੇ ਏਦਾਂ ਲਿਖ ਦਿੱਤਾ ਗਿਆ ਹਿਪਨੋਸਿਸ ਦੇ ਵਿੱਚ, ਬਲੰਟ ਚੀਜ਼ ਦੇ ਨਾਲ, ਤਿੱਖੀ ਚੀਜ਼ ਦੇ ਨਾਲ ਨਹੀਂ, ਤੇ ਉਹਨੂੰ ਕਿਹਾ ਗਿਆ ਕਿ ਤੂੰ ਸ਼ਾਮ ਨੂੰ 4 ਵਜੇ ਮੇਰੇ ਆਫਿਸ ਦੇ ਵਿੱਚ ਆ ਕੇ ਬੈਠੇਗਾ, ਹੈ ਨਾ, ਤੇ ਤੂੰ ਮੇਰੇ ਨਾਲ ਗੱਲ ਕਰੇਗਾ ਤੇ ਤੇਰੀ ਆਮ ਦੇ ਉੱਤੇ ਜਿਹੜਾ ਮੈਂ ਨਾਮ ਲਿਖਿਆ ਸੀ ਤੇਰਾ, ਉਹਦੇ ਵਿੱਚੋਂ ਬਲੀਡਿੰਗ ਹੋਣੀ ਸ਼ੁਰੂ ਹੋ ਜਾਏਗੀ। ਤੇ ਇਦਾਂ ਹੀ ਹੋਇਆ ਵੀ, ਹੈ ਨਾ। ਇੱਕ ਹੋਰ ਉਹਨਾਂ ਨੇ ਸਬਜੈਕਟ ਨੂੰ ਆਪਣੇ ਹਿਪਨੋਟਾਈਜ਼ ਕਰਕੇ ਕਿਹਾ ਕਿ ਤੂੰ ਮੇਰੇ ਕੋਲੇ ਮੇਰੇ ਆਫਿਸ ਦੇ ਵਿੱਚ ਆਏਗਾ, ਚੇਅਰ ਦੇ ਉੱਤੇ ਬੈਠੇਗਾ ਤੇ ਤੇਰੀ ਨੋਜ਼ ਦੇ ਵਿੱਚੋਂ ਬਲੀਡਿੰਗ ਹੋਣ ਲੱਗ ਜਾਏਗੀ। ਤੇ ਜਦੋਂ ਉਹ ਸ਼ਾਮ ਨੂੰ ਆ ਕੇ ਚੇਅਰ ਦੇ ਉੱਤੇ ਬੈਠਾ ਤਾਂ ਉਹਦੀ ਨੋਜ਼ ਦੇ ਵਿੱਚੋਂ ਬਲੀਡਿੰਗ ਹੋਣ ਲੱਗ ਗਈ। ਤਾਂ ਇਹ ਕਿੱਦਾਂ ਹੋ ਰਿਹਾ? ਇਹ ਸਬਕੌਨਸ਼ੀਅਸ ਮਾਈਂਡ ਦੀ ਪਾਵਰ ਦੇ ਨਾਲ ਹੋ ਰਿਹਾ ਹੈ ਨਾ। ਤਾਂ ਜਿਵੇਂ ਸਾਡੇ ਸਬਕੌਨਸ਼ੀਅਸ ਮਾਈਂਡ ਨੂੰ ਅਸੀਂ ਪ੍ਰੋਗਰਾਮ ਕਰਦੇ ਹਾਂ, ਉਹਦੇ ਅਕੋਰਡਿੰਗ ਹੀ ਸਾਡਾ ਜਿਹੜਾ ਆਲਾ ਦੁਆਲਾ ਹੈ, ਸਾਡਾ এনवायरमेंट ਹੈ, ਉਹ ਸਿਰਜਣ ਲੱਗ ਜਾਂਦਾ ਹੈ। ਤਾਂ ਇਹਦੇ ਵਿੱਚ ਇਹ ਵੀ ਗੱਲ ਕਰ ਰਹੇ ਆ ਕਿ ਥਾਟਸ ਆਰ ਲਾਈਕ ਸੀਡਸ। ਜਿਵੇਂ ਅਸੀਂ ਇੱਕ ਬੀਜ ਨੂੰ ਬੋਨੇ ਆ, ਹੈ ਨਾ ਜੀ, ਕਿਸਾਨ ਇੱਕ ਬੀਜ ਨੂੰ ਬੋਂਦਾ ਹੈ, ਫਿਰ ਉਹਦੇ ਤੇ ਫੇਥ ਰੱਖਦਾ ਹੈ ਕਿ ਹਾਂ ਇਹ ਬੀਜ ਪੁੰਗਰੇਗਾ, ਇਹਦੇ ਵਿੱਚੋਂ ਬੂਟਾ ਨਿਕਲੇਗਾ, ਉਹਨੂੰ ਫਲ ਲੱਗੇਗਾ ਤੇ ਮੈਂ ਉਹਦਾ ਅੱਗੇ ਸੇਲ ਕਰਕੇ ਪੈਸੇ ਕਮਾਊਂਗਾ। ਦਿਸ ਇਜ਼ ਦੀ ਬੇਸਿਕ ਥਾਟ, ਹੈ ਨਾ। ਬਟ ਕੀ ਇਹ ਹੁੰਦਾ ਹੈ ਕਿ ਫਾਰਮਰ ਨੇ ਜਦੋਂ ਬੀਜ ਬੀਜਿਆ ਤਾਂ ਉਹਨੂੰ ਦੂਜੇ ਦਿਨ ਕੱਢ ਕੇ ਦੇਖਿਆ ਕਿ ਯਾਰ ਪੁੰਗਰਿਆ ਕਿ ਨਹੀਂ, ਯਾਰ ਹੁਣ ਤਾਂ ਪੁੰਗਰੇ, ਹੈ ਨਾ। 2-4 ਦਿਨ ਬਾਅਦ ਫੇਰ ਉਹਨੂੰ ਕੱਢ ਕੇ ਦੇਖ ਲਿਆ, ਤਾਂ ਕੀ ਉਹ ਬੀਜ ਪੁੰਗਰੇਗਾ? ਬਿਲਕੁਲ ਨਹੀਂ, ਹੈ ਨਾ ਜੀ। ਉਹ ਬੀਜ ਦੀ ਜਿਹੜੀ ਤਾਕਤ ਹੈ ਉਹ ਖਤਮ ਹੋ ਜਾਏਗੀ। ਜਿਹੜੀ ਤਾਕਤ ਉਹ ਫੇਥ ਦੇ ਵਿੱਚ ਹੈ, ਉਹ ਫੇਥ ਰੱਖਣਾ ਪੈਂਦਾ ਹੈ ਕਿ ਮੈਂ ਬੀਜ ਬੋਤਾ ਹੈ, ਮੈਂ ਉਹਨੂੰ ਖਾਦ ਪਾ ਦਿੱਤੀ ਹੈ, ਮੈਂ ਪਾਣੀ ਦੇ ਦਿੱਤਾ ਹੈ, ਹੁਣ ਨੇਚਰ ਵਿਲ ਟੇਕਸ ਇਟ ਕੋਰਸ। ਨੇਚਰ ਕੀ ਹੈ? ਉਹ ਸਾਡਾ ਫੇਥ ਹੈ ਨਾ। ਜਿਵੇਂ ਡਾਕਟਰ ਕਹਿੰਦੇ ਆ ਕਿ ਪੱਟੀ ਬੰਨਤੀ, ਹੈ ਨਾ ਜੀ, ਹੁਣ ਨੇਚਰ ਇਹਨੂੰ ਹੀਲ ਕਰੇਗੀ। ਉਹ ਨੇਚਰ ਕੀ? ਉਹ ਸਾਡਾ ਸਬਕੌਨਸ਼ੀਅਸ ਮਾਈਂਡ ਹੈ। ਜਿਵੇਂ ਸਾਨੂੰ ਨਹੀਂ ਪਤਾ ਕਿ ਮੇਰੀ ਹਾਰਟ ਬੀਟ ਕਿੱਦਾਂ ਚੱਲ ਰਹੀ ਹੈ, ਮੈਂ ਸਾਹ ਕਿੱਦਾਂ ਲੈ ਰਿਹਾ, ਮੈਨੂੰ ਨਹੀਂ ਪਤਾ ਮੇਰੀ ਜੇ ਕੱਟ ਲੱਗਾ, ਚੀਰਾ ਲੱਗਾ ਕੋਈ, ਤਾਂ ਉਹ ਹੀਲ ਕਿੱਦਾਂ ਹੋ ਰਿਹਾ, ਉਹ ਸਬਕੌਨਸ਼ੀਅਸ ਮਾਈਂਡ ਕਰ ਰਿਹਾ ਹੈ ਨਾ। ਤਾਂ ਉਹ ਮੈਨੂੰ ਜੇ ਵਿਸ਼ਵਾਸ ਹੋਏਗਾ ਤਾਂ ਉਹ ਜਲਦੀ ਠੀਕ ਹੋ ਜਾਏਗਾ। ਬਟ ਜਿਵੇਂ ਅਕਸਰ ਕਿਹਾ ਜਾਂਦਾ ਹੈ, ਡਾਕਟਰਸ ਵੀ ਕਹਿੰਦੇ ਹੈ ਕਿ ਕੋਈ ਬੰਦਾ ਬਹੁਤ ਜ਼ਿਆਦਾ ਕ੍ਰਿਟੀਕਲੀ ਇਲ ਹੈ ਨਾ, ਤੇ ਉਹਨੂੰ ਕਿਹਾ ਜਾਂਦਾ ਹੈ ਕਿ ਜੀ ਇਹ ਜਲਦੀ ਠੀਕ ਹੋ ਗਿਆ, ਕਿਉਂ? ਇਹਦੀ ਨਾ ਵਿਲ ਪਾਵਰ ਬਹੁਤ ਅੱਛੀ ਸੀ ਬੰਦੇ ਦੀ, ਹੈ ਨਾ। ਉਹ ਵਿਲ ਪਾਵਰ ਕੀ ਹੁੰਦੀ ਹੈ? ਉਹ ਬੰਦਾ ਜਿਹੜਾ ਹੈ ਉਹ ਸਬਕੌਨਸ਼ੀਅਸਲੀ ਆਪਣੇ ਮਾਈਂਡ ਦੇ ਵਿੱਚ ਬਾਰ-ਬਾਰ ਜੇ ਇਹੀ ਕਹਿੰਦਾ ਰਵੇ ਕਿ ਹਾਂ ਮੈਂ ਠੀਕ ਹਾਂ, ਮੈਂ ਜਲਦੀ ਠੀਕ ਹੋ ਰਿਹਾ ਹਾਂ, ਹੈ ਨਾ। ਬਹੁਤ ਸਾਰੇ ਇਦਾਂ ਦੇ ਐਗਜ਼ਾਮਪਲਸ ਆ ਰਹੇ ਆ ਅੱਜ ਕੱਲ੍ਹ। ਲੋਕ ਕਹਿਣ ਲੱਗ ਗਏ ਆ ਕਿ ਜੇ ਤੁਸੀਂ ਪੇਸ਼ੈਂਟ ਨੂੰ ਮਿਲਣ ਜਾਣਾ ਹੈ ਤਾਂ ਤੁਸੀਂ ਗੱਲ ਹੀ ਨਹੀਂ ਕਰਨੀ ਬਿਮਾਰੀ ਦੀ, ਤੁਸੀਂ ਗੱਲ ਕਰਨੀ ਹੈ ਕਿ ਬਿਲਕੁਲ ਹਾਸੇ ਖੇੜੇ ਵਾਲੀ ਗੱਲ ਕਰਨੀ ਹੈ, ਹਸੀ ਮਜ਼ਾਕ ਵਾਲੀ ਗੱਲ ਕਰਨੀ ਹੈ। ਉਹਨਾਂ ਦਾ ਧਿਆਨ ਬਿਮਾਰੀ ਤੋਂ ਹਟਾਉਣਾ ਹੈ, ਤਾਂ ਕਿ ਜਿਹੜਾ ਸਾਡਾ ਮਾਈਂਡ ਹੈ ਉਹ ਅੱਛੀਆਂ ਚੀਜ਼ਾਂ ਵੱਲ ਫੋਕਸ ਕਰੇ। ਜੇ ਅਸੀਂ ਜਿਵੇਂ ਇੱਕ ਬੀਜ ਹੈ, ਉਹ ਜਿਵੇਂ ਦਾ ਬੀਜ ਹੋਏਗਾ ਉਵੇਂ ਦਾ ਹੀ ਫਲ ਦੇਗਾ। ਤਾਂ ਜੇ ਪੋਜ਼ਿਟਿਵ ਬੀਜ ਬੀਜਾਂਗੇ ਤਾਂ ਪੋਜ਼ਿਟਿਵ ਫਲ ਆਣਗੇ, ਜੇ ਨੈਗੇਟਿਵ ਬੀਜ ਬੀਜਾਂਗੇ, ਬਿਮਾਰੀ ਦੇ ਬੀਜ ਬੀਜਾਂਗੇ ਤਾਂ ਬਿਮਾਰੀ ਦੇ ਫਲ ਆਣਗੇ। ਪਰ ਜੇ ਇਸ ਬੀਜ ਨੂੰ ਬੀਜਾਂਗੇ ਕਿ ਮੇਰੀ ਬਿਮਾਰੀ ਠੀਕ ਹੋ ਗਈ ਹੈ, ਤਾਂ ਉਹ ਠੀਕ ਹੋ ਜਾਏਗੀ। ਜਿਵੇਂ ਉਹਨਾਂ ਨੇ ਇੱਕ ਐਗਜ਼ਾਮਪਲ ਵੀ ਸ਼ੇਅਰ ਕੀਤਾ ਹੈ ਨਾ, ਬੈਰਨ ਐਕਸਪੈਰੀਮੈਂਟ ਹੈ ਕਿ ਉਹ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਐਕਸਪੈਰੀਮੈਂਟ ਕਰਕੇ ਆਪਣੇ ਇੱਕ ਸਬਜੈਕਟ ਨੂੰ ਕਿਹਾ, ਉਹਨਾਂ ਨੂੰ ਟੰਗ ਦਾ ਪੈਰਾਲਿਸਿਸ ਸੀਗਾ, ਹੈ ਨਾ, ਉਹਨਾਂ ਦੀ ਟੰਗ ਨਹੀਂ ਚੱਲ ਰਹੀ ਸੀਗੀ, ਤੇ ਉਹਨਾਂ ਨੇ ਕਿਹਾ ਮੈਨੂੰ ਇਹਦਾ ਰਿਜ਼ਲਟ ਕਿਉਰ ਲੱਭ ਗਿਆ ਤੇ ਮੈਂ ਤੁਹਾਡੀ ਚੁਟਕੀਆਂ ਦੇ ਵਿੱਚ ਠੀਕ ਕਰ ਦੂੰਗਾ, ਹੈ ਨਾ। ਤਾਂ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਥਰਮਾਮੀਟਰ ਕੱਢਿਆ, ਉਹਨੂੰ ਨਹੀਂ ਪਤਾ ਸੀਗਾ ਪੇਸ਼ੈਂਟ ਨੂੰ ਕਿ ਥਰਮਾਮੀਟਰ ਹੁੰਦਾ ਹੈ। ਉਹਨਾਂ ਨੇ ਉਹਦੀ ਟੰਗ ਦੇ ਉੱਤੇ ਰੱਖਿਆ, ਪੇਸ਼ੈਂਟ ਨੂੰ ਲੱਗਾ ਕਿ ਹਾਂ ਇਹ ਕੋਈ ਨਵਾਂ ਇੰਸਟਰੂਮੈਂਟ ਹੈ ਜਿਹਦੇ ਨਾਲ ਮੇਰੀ ਟੰਗ ਠੀਕ ਹੋ ਰਹੀ ਹੈ, ਤੇ ਉਹਦੀ ਟੰਗ ਠੀਕ ਹੋ ਗਈ। ਉਹ ਕਿਵੇਂ ਹੋਈ? ਉਹਨੂੰ ਵਿਸ਼ਵਾਸ ਹੋਇਆ ਕਿ ਹਾਂ ਡਾਕਟਰ ਨੇ ਕੋਈ ਨਵੀਂ ਚੀਜ਼ ਇਨਵੈਂਟ ਕੀਤੀ ਹੈ ਤੇ ਇਹ ਮੈਨੂੰ ਠੀਕ ਕਰ ਦੇਗੀ, ਹੈ ਨਾ। ਏਦਾਂ ਦੇ ਬਹੁਤ ਸਾਰੇ ਕਾਊਂਟਲੈਸ ਐਕਸਪੈਰੀਮੈਂਟਸ ਉਹਨਾਂ ਨੇ ਸ਼ੇਅਰ ਕੀਤੇ ਹੈ, ਜਿਨ੍ਹਾਂ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਸਬਕੌਨਸ਼ੀਅਸ ਮਾਈਂਡ ਹੈ ਜਿਹੜਾ ਉਹ ਬਹੁਤ ਪਾਵਰਫੁਲ ਹੈ ਨਾ। ਤੇ ਇੱਕ ਬੱਚੀ ਜਿਹੜੀ ਉਹ ਬੋਲ ਨਹੀਂ ਸਕਦੀ ਸੀ, ਹੈ ਨਾ, ਯੰਗ ਗਰਲ ਜਿਹੜੀ ਬੋਲ ਨਹੀਂ ਸਕਦੀ ਸੀਗੀ, ਹੈ ਨਾ, ਉਹਨੂੰ ਕਿਹਾ ਗਿਆ ਕਿ ਮੈਂ ਇੱਕ ਐਕਸਪੈਰੀਮੈਂਟ ਕੀਤਾ ਜਿਹਦੇ ਨਾਲ ਇਲੈਕਟ੍ਰਿਕ ਕਰੰਟ ਅਸੀਂ ਪਾਸ ਕਰਾਂਗੇ ਤੇਰੀ ਬੋਡੀ ਦੇ ਵਿੱਚੋਂ ਤੇ ਤੂੰ ਬੋਲਣ ਲੱਗ ਜਾਏਗੀ, ਹੈ ਨਾ। ਤੇ ਉਹ ਕੁਝ ਸੈਕਿੰਡਸ ਬਾਅਦ ਹੀ A B, ਫਿਰ ਉਹਨੇ ਆਪਣਾ ਨਾਮ ਵੀ ਬੋਲਿਆ, ਮਾਰੀਆ, ਹੈ ਨਾ। ਤੇ ਇਦਾਂ ਦੇ ਬਹੁਤ ਸਾਰੇ ਐਕਸਪੈਰੀਮੈਂਟਸ ਉਹਨਾਂ ਨੇ ਸ਼ੇਅਰ ਕੀਤੇ ਵਿਚ ਪ੍ਰੂਵ ਸਾਇੰਟੀਫਿਕਲੀ ਐਜ਼ ਵੈਲ ਕਿ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਹੈ, ਜੇ ਉਹਨੂੰ ਅਸੀਂ ਫੇਥ ਦਿਲਾਈਏ ਤਾਂ ਵੱਡੀ ਤੋਂ ਵੱਡੀ ਬਿਮਾਰੀ ਦਾ ਵੀ ਸਾਨੂੰ ਕਿਉਰ ਮਿਲ ਸਕਦਾ ਹੈ ਨਾ। ਤਾਂ ਕਈ ਵਾਰੀ ਅਸੀਂ ਵੀ ਸੁਣਿਆ ਹੋਏਗਾ, ਹੈ ਨਾ, ਕਈ ਵਾਰੀ ਕੀ ਹੁੰਦਾ ਕਿ ਡਾਕਟਰਸ ਕੀ ਕਰਦੇ ਆ, ਬੱਚਾ ਜੇ ਮੰਨ ਨਹੀਂ ਰਿਹਾ ਕਿ ਹਾਂ ਮੈਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਬੱਚੇ ਨੂੰ ਮਿੱਠੀ ਗੋਲੀ ਦੇਤੀ ਤੇ ਬੱਚਾ ਫਿਰ ਵੀ ਠੀਕ ਹੋ ਜਾਂਦਾ ਜਸਟ ਫਰੋਮ ਦਾ ਫੇਥ ਦੈਟ ਆਈ ਐਮ ਟੇਕਿੰਗ ਅ ਮੈਡੀਸਿਨ, ਹੈ ਨਾ। ਕਈ ਵਾਰੀ ਤੁਸੀਂ ਵੀ ਸੁਣਿਆ ਹੋਏਗਾ, ਅਸੀਂ ਵੀ ਸੁਣਿਆ
ਕਈ ਵਾਰੀ ਮਜ਼ਾਕ ਵਿੱਚ ਵੀ ਡਾਕਟਰਸ ਕਹਿੰਦੇ ਆ, ਹੈ ਨਾ, ਕਿ ਅਸੀਂ ਕੀ ਕੀਤਾ ਜੀ, ਸਿਰਫ ਜਿਹੜਾ ਇੰਜੈਕਸ਼ਨ ਲਗਾਇਆ ਹੈ ਉਹ ਗਲੂਕੋਜ਼ ਦਾ ਇੰਜੈਕਸ਼ਨ ਲਗਾਇਆ, ਹੈ ਨਾ। ਬਟ ਕਈ ਹੁੰਦੇ ਆ ਪੇਸ਼ੈਂਟ ਜਿਹੜੇ ਕਹਿੰਦੇ ਨਾ ਜੀ ਨਾ, ਸਾਨੂੰ ਤਾਂ ਟੀਕਾ ਲਾਓ, ਮੈਂ ਤਾਂ ਹੀ ਠੀਕ ਹੋਊਂਗਾ। ਤੇ ਡਾਕਟਰ ਗਲੂਕੋਜ਼ ਦਾ ਵੀ ਟੀਕਾ ਲਾਉਂਦੇ ਤਾਂ ਵੀ ਠੀਕ ਹੋ ਜਾਂਦੇ ਆ। ਉਹ ਕਿੱਦਾਂ ਹੋ ਜਾਂਦੇ? ਫੇਥ ਦੇ ਨਾਲ ਠੀਕ ਹੋ ਜਾਂਦੇ ਆ, ਹੈ ਨਾ। ਏਦਾਂ ਦੀ ਬਹੁਤ ਸਾਰੀ ਕਾਊਂਟਲੈਸ ਐਗਜ਼ਾਮਪਲ ਸਾਡੇ ਸਾਹਮਣੇ ਆਉਂਦੀਆਂ, ਤੇ ਜਿਹਦੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਹਾਂ, ਐਜ਼ ਅ ਮੈਨ ਥਿੰਕeth ਇਨ ਹਿਜ਼ ਹਾਰਟ ਸੋ ਇਜ਼ ਹੀ, ਹੈ ਨਾ। ਜਿਹੜੇ ਜਿਵੇਂ ਬਾਈਬਲ ਦੀ ਕੋਟ ਲਾਸਟ ਦੇ ਵਿੱਚ ਚੈਪਟਰ 'ਚ ਦੇ ਰਹੇ ਨੇ ਉਹ, ਕਿ ਜਿਹੜਾ ਇੱਕ ਬੰਦਾ ਆਪਣੇ ਮਾਈਂਡ ਦੇ ਵਿੱਚ ਜਿੱਦਾਂ ਸੋਚਦਾ ਹੈ, ਮਾਈਂਡ ਦਾ ਮਤਲਬ ਹੈ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਜਿੱਦਾਂ ਸੋਚਦਾ ਹੈ, ਉਹ ਉਦਾਂ ਦਾ ਹੀ ਬਣ ਜਾਂਦਾ ਹੈ ਨਾ। ਤਾਂ ਜਿਵੇਂ ਅਸੀਂ ਕਹਿੰਦੇ ਨਾ ਮਿਰੈਕੂਲਸ, ਕੋਈ ਮਿਰੇਕਲ ਹੋ ਗਿਆ ਜੀ, ਉਹ ਬੰਦਾ ਠੀਕ ਹੋ ਗਿਆ, ਚਮਤਕਾਰ ਹੋ ਗਿਆ। ਤਾਂ ਜਿਹੜੇ ਚਮਤਕਾਰ ਨੇ ਉਹ ਸਾਰੇ ਸਾਡੇ ਸਬਕੌਂਸ਼ੀਅਸ ਮਾਈਂਡ ਦੀ ਪਾਵਰ ਨੇ, ਹੈ ਨਾ। ਜਿਹੜੀ ਸਾਡੀ ਹੀਲਿੰਗ ਪਾਵਰ ਹੈ ਉਹ ਸਾਡੀ ਸਾਰੀ ਸਬਕੌਂਸ਼ੀਅਸ ਮਾਈਂਡ ਹੈ, ਜਿਹੜੀ ਉਹ ਹੀਲ ਕਰਦੀ ਹੈ। ਤੇ ਨਾਲ ਇੱਕ ਹੋਰ ਚੀਜ਼ ਬੜੀ ਖੂਬਸੂਰਤ ਹੈ ਕਿ ਜਿਹੜੀ ਬਿਮਾਰੀ ਵੀ ਹੈ ਉਹ ਸਾਡੇ ਮਾਈਂਡ ਦੇ ਵਿੱਚ ਹੀ ਪੈਦਾ ਹੁੰਦੀ ਹੈ। ਆਲ ਡਿਜ਼ੀਜ਼ ਓਰੀਜਿਨੇਟਸ ਇਨ ਦਾ ਮਾਈਂਡ ਇਟਸੈਲਫ, ਹੈ ਨਾ। ਜਿਹੜਾ ਹੈ ਉਹ ਬੋਡੀ ਦੇ ਉੱਤੇ ਕੁਝ ਵੀ ਇਦਾਂ ਦਾ ਨਹੀਂ ਆਉਂਦਾ ਜਿਹੜਾ ਪਹਿਲਾਂ ਮਾਈਂਡ ਦੇ ਵਿੱਚ ਨਹੀਂ ਆਇਆ। ਪਹਿਲਾਂ ਉਹ ਚੀਜ਼ ਮਾਈਂਡ ਦੇ ਵਿੱਚ ਆਉਂਦੀ ਹੈ, ਫਿਰ ਹੀ ਉਹ ਬੋਡੀ ਦੇ ਵਿੱਚ ਪਨਪਦੀ ਹੈ। ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਇੱਕ ਸੀਡ ਹੈ, ਜੇ ਅਸੀਂ ਪੋਜ਼ਿਟਿਵ ਸੀਡ ਦੇਵਾਂਗੇ ਤਾਂ ਪੋਜ਼ਿਟਿਵ ਆਏਗਾ। ਜੇ ਅਸੀਂ ਹਮੇਸ਼ਾ ਬਿਮਾਰੀਆਂ ਬਾਰੇ ਸੋਚਾਂਗੇ, ਨੈਗੇਟਿਵ ਥਾਟਸ ਲਵਾਂਗੇ, ਤਾਂ ਉਹ ਨੈਗੇਟਿਵ ਰਿਜ਼ਲਟਸ ਦੇਣਗੇ। ਤਾਂ ਬਿਮਾਰੀ ਜਿਹੜੀ ਹੈ ਉਹ ਪਹਿਲਾਂ ਸਾਡੇ ਮਾਈਂਡ ਦੇ ਵਿੱਚ ਕ੍ਰੀਏਟ ਹੁੰਦੀ ਹੈ, ਫਿਰ ਸਾਡੀ ਬੋਡੀ ਦੇ ਵਿੱਚ ਆਉਂਦੀ ਹੈ ਨਾ। ਤਾਂ ਜਿਵੇਂ ਹਿਪਨੋਟਿਜ਼ਮ ਵਾਲੇ ਐਕਸਪੈਰੀਮੈਂਟਸ ਤੋਂ ਪਤਾ ਲੱਗਦਾ ਹੈ ਕਿ ਅਸੀਂ, ਸਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹ ਐਕਚੁਅਲ ਦੇ ਵਿੱਚ ਸਾਡੀ ਬੋਡੀ ਤੋਂ ਰਿਸਪੌਂਸਿਸ ਕਰਵਾ ਲੈਂਦਾ ਹੈ ਨਾ। ਤਾਂ ਉਹਦੇ ਹਿਸਾਬ ਨਾਲ ਹੀ ਅਸੀਂ ਹੀਲਿੰਗ ਵੀ ਕਰ ਸਕਦੇ ਹਾਂ, ਹੈ ਨਾ। ਤਾਂ ਜਿਹੜਾ ਸਾਡਾ ਆਬਜੈਕਟ ਆਫ ਫੇਥ ਹੈ, ਭਾਵੇਂ ਉਹ ਸਹੀ ਹੈ ਭਾਵੇਂ ਗਲਤ ਹੈ, ਭਾਵੇਂ ਉਹ ਸੱਚ ਹੈ ਭਾਵੇਂ ਝੂਠ ਹੈ, ਸਬਕੌਂਸ਼ੀਅਸ ਮਾਈਂਡ ਨੇ ਉਹਨੂੰ ਸੱਚ ਮੰਨ ਕੇ ਸਾਡੇ ਸਾਹਮਣੇ ਪ੍ਰਤੱਖ ਕਰ ਦੇਣਾ। ਇਸ ਕਰਕੇ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਆਪਣੇ ਥਾਟਸ ਨੂੰ, ਆਪਣੇ ਫੇਥ ਨੂੰ ਚੈੱਕ ਕਰੀਏ। ਅਸੀਂ ਧਿਆਨ ਦਈਏ ਕਿ ਅਸੀਂ ਕਿੱਥੇ ਸੋਚ ਰਹੇ ਹਾਂ, ਹੈ ਨਾ। ਜਿਵੇਂ ਸ਼ਰੂਤੀ ਮੈਮ ਨੇ ਵੀ ਕਿਹਾ ਸੀਗਾ ਕਿ ਅਸੀਂ ਪੂਰਾ ਦਿਨ ਆਪਣਾ ਜੋ ਸੋਚ ਰਹੇ ਹੁੰਦੇ ਆ ਨਾ, ਉਦਾਂ ਦੇ ਹੀ ਅਸੀਂ ਬਣ ਜਾਂਦੇ ਹਾਂ। ਮੋਸਟ ਆਫ ਦਾ ਟਾਈਮ ਜਿੱਦਾਂ ਦੀ ਸਾਡੀ ਸੋਚ ਹੁੰਦੀ ਹੈ ਉਦਾਂ ਦਾ ਹੀ ਸਾਡਾ ਕਰੈਕਟਰ ਬਣ ਜਾਂਦਾ ਹੈ। ਤਾਂ ਇਸ ਕਰਕੇ ਸਾਨੂੰ ਪ੍ਰੋਸੈਸ ਆਫ ਜਿਹੜਾ ਹੀਲਿੰਗ ਐਂਡ ਫੇਥ ਹੈ ਉਹ ਆਪਣੇ ਆਪ ਉੱਤੇ, ਆਪਣੇ ਕੌਨਸ਼ੀਅਸ ਮਾਈਂਡ ਦੇ ਉੱਤੇ, ਆਪਣੇ ਪਰਮਾਤਮਾ ਦੇ ਉੱਤੇ ਫੇਥ ਰੱਖ ਕੇ, ਭਰੋਸਾ ਰੱਖ ਕੇ ਜੇ ਅਸੀਂ ਕਰੀਏ ਤਾਂ ਵੀ ਕੈਨ ਆਲਸੋ ਡੂ ਮਿਰੇਕਲਸ। ਅਸੀਂ ਵੀ ਚਮਤਕਾਰ ਕਰ ਸਕਦੇ ਹਾਂ, ਬਿਕੋਜ਼ ਅਸੀਂ ਵੀ ਉਸ ਪਰਮਾਤਮਾ ਦਾ ਹੀ ਅੰਸ਼ ਹਾਂ। ਉਹਦੇ ਵਿੱਚ ਜਿੰਨੀਆਂ ਤਾਕਤਾਂ ਸੀ ਉਹਨੇ ਸਾਡੇ ਸਾਰੇ ਪਾ ਕੇ ਭੇਜੀਆਂ, ਬਟ ਇਹ ਹੈ ਕਿ ਸਾਨੂੰ ਉਸ ਚੀਜ਼ ਨੂੰ ਐਕਸਪਲੋਰ ਕਰਨਾ ਪੈਂਦਾ ਹੈ ਨਾ। ਸਾਡੇ ਵਿੱਚ ਉਹ ਤਾਕਤਾਂ ਛੁਪੀਆਂ ਹੋਈਆਂ, ਬਸ ਸਾਨੂੰ ਐਕਸਪਲੋਰ ਕਰਨ ਦੀ ਲੋੜ ਹੈ। ਤੇ ਇਹ ਜਿਹੜੀ ਦੁਨੀਆ ਹੈ ਬਹੁਤ ਪਾਵਰਫੁਲ ਹੈ, ਅਸੀਂ ਬਹੁਤ ਪਾਵਰਫੁਲ ਹਾਂ, ਬਹੁਤ ਸ਼ਾਨਦਾਰ ਅਸੀਂ ਜ਼ਿੰਦਗੀ ਜੀ ਸਕਦੇ ਹਾਂ ਸਿਰਫ ਆਪਣੇ ਸਬਕੌਂਸ਼ੀਅਸ ਮਾਈਂਡ ਦੀ ਪਾਵਰ ਨੂੰ ਟੈਪ ਇਨ ਕਰਕੇ ਜੀ। ਥੈਂਕ ਯੂ ਜੀ, ਦੈਟਸ ਆਲ ਫਰਮ ਮਾਈ ਸਾਈਡ।